हाँ जी प्यारे विद्यार्थियों, ਅੱਜ ਅਸੀਂ ਕਰਾਂਗੇ ਮੋਡਲਸ। ਜਿਵੇਂ ਕਿ ਅਸੀਂ ਜਾਣਦੇ ਹਾਂ, ਮੋਡਲਸ ਸਾਡੇ ਕੋਲੇ ਦੋ ਐਕਸਲਰੀਜ਼ ਹੁੰਦੀਆਂ ਨੇ, ਪ੍ਰਾਇਮਰੀ ਐਕਸਲਰੀ ਤੇ ਮੋਡਾਲ ਐਕਸਲਰੀ। ਮੋਡਾਲ ਦੇ ਵਿੱਚ ਜਿਵੇਂ ਵਿਲ, ਵੁੱਡ, ਸ਼ੈਲ, ਸ਼ੁੱਡ, ਕੈਨ, ਕੁੱਡ, ਮੇ, ਮਾਈਟ, ਮਸਟ, ਇਸ ਤਰ੍ਹਾਂ ਦੇ ਜਿਹੜੇ ਆਉਂਦੇ ਨੇ। ਹੁਣ ਅਸੀਂ मैं एग्जाम्पल के थ्रू तुहानूं दस दूँगा कि किहड़ा कित्थे आऊगा ते किहड़ा कित्थे लगदा है। कुछ क असीं उन्हां दी पछाण कुछ गल्लां तो हुंदी है, कईयां दी किसी शब्द तो पहचान हो जाती है, कईयां दा जानी कि टेंस तो पहचान हो जाती है। अलग अलग किस तरह असीं पहचान करनी है ते किवें असीं उन्हां नूं यूज़ करना है। आओ आपां वीडियो शुरू करते हैं। सब तो पहला साडे कोल है एबिलिटी, योग्यता। कई बार ये ਜਿਹੜਾ सेंटेंस दिता ਹੁੰਦਾ है उसके एंड ਦੇ ਵਿੱਚ लिखा ਹੁੰਦਾ एबिलिटी, भी ਇੱਥੇ योग्यता की गल करी गई है, ਤਾਂ ਤੁਸੀਂ ਕੀ ਲਗਾਉਣਾ ਇਸ ਦੇ ਵਿੱਚ कैन। ਤੇ ਕਈ ਜੇ नहीं भी लिखा ਹੁੰਦਾ ਤਾਂ ਅਸੀਂ ਦੇਖਣਾ ਹੈ ਪੂਰੇ सेंटेंस ਨੂੰ भी इसका की मतलब बन गया। रीता स्पीक इंग्लिश वेरी वेल। देखो रीता कोई परसन है, तो स्पीक मीन बोलना है, इंग्लिश मीन कोई लैंगुएज है। ਇਹਦਾ ਮਤਲਬ ਇਹ ਹੈ ਕਿ ਰੀਤਾ ਕੋਈ ਲੈਂਗੁਏਜ ਹੈ, ਇੰਗਲਿਸ਼ ਲੈਂਗੁਏਜ ਹੈ, ਉਸਨੂੰ ਵੈਰੀ ਵੈਲ ਬੋਲ ਸਕਦੀ ਹੈ, ਬਹੁਤ ਅੱਛੀ ਤਰ੍ਹਾਂ ਬੋਲ ਸਕਦੀ ਹੈ। ਤਾਂ ਇਹ ਕੀ ਹੋ ਗਿਆ, ਉਸ ਦੀ ਐਬਿਲਿਟੀ। ਤਾਂ ਅਸੀਂ ਇੱਥੇ ਕੀ ਲਗਾ ਦਾਂਗੇ, ਕੈਨ। ਐਬਿਲਿਟੀ ਵਾਸਤੇ ਹਮੇਸ਼ਾ ਅਸੀਂ ਲਗਾਉਂਦੇ ਹਾਂ ਕੈਨ। ਹੋਰ ਵੀ ਉਦਾਹਰਨਾਂ ਨੇ ਵੀ ਮੈਂ ਡਾਂਸ ਕਰ ਸਕਦਾ ਹਾਂ, ਮੈਂ ਲਿਖ ਸਕਦਾ ਹਾਂ, ਮੈਂ ਪੰਜਾਬੀ ਬੋਲ ਸਕਦਾ ਹਾਂ, ਇੰਗਲਿਸ਼ ਬੋਲ ਸਕਦਾ ਹਾਂ, ਜਾਂ ਕੋਈ ਕਿਸੇ ਤਰ੍ਹਾਂ ਦੀ ਵੀ ਕੰਮ ਵੀ ਮੈਂ ਇਸ ਨੂੰ ਲਿਫਟ ਕਰ ਸਕਦਾ ਹਾਂ, ਯਾਨੀ ਕਿ ਇੱਕ ਵਿਅਕਤੀ ਦੀ ਐਬਿਲਿਟੀ। ਉੱਥੇ ਅਸੀਂ ਕੈਨ ਦੀ ਵਰਤੋਂ ਕਰਦੇ ਹਾਂ। ਫਿਰ ਸਾਡੇ ਕੋਲ ਹੈ ਕੰਪਲਸ਼ਨ। ਕਈ ਵਾਰੀ ਜੋ ਸੈਂਟੈਂਸ ਹੈ ਉਸਦੇ ਐਂਡ ਦੇ ਵਿੱਚ ਲਿਖਿਆ ਹੁੰਦਾ ਹੈ ਕੰਪਲਸ਼ਨ, ਵੀ ਇਹ ਜ਼ਰੂਰੀ ਹੈ। ਜਾਂ ਕੋਈ ਕੰਮ ਜ਼ਰੂਰੀ ਜਾਂ ਮਜਬੂਰੀ, ਉਦੋਂ ਅਸੀਂ ਕੀ ਯੂਜ਼ ਕਰਦੇ ਹਾਂ, ਉਦੋਂ ਅਸੀਂ ਜਿਵੇਂ ਡਿਊਟੀ ਮਸਟ ਬੀ ਡਨ, ਤਾਂ ਅਸੀਂ ਕੀ ਲਾਉਂਦੇ ਹਾਂ ਇੱਥੇ MUST, ਮਸਟ। ਡਿਊਟੀ ਮਸਟ ਬੀ ਡਨ, ਕਿਉਂਕਿ ਜਿਹੜੀ ਡਿਊਟੀ ਹੈ ਉਹ ਜ਼ਰੂਰੀ ਹੈ। ਅਤੇ ਜਿਵੇਂ ਜ਼ਰੂਰੀ ਹੋ ਸਕਦਾ, ਦੇਖੋ ਸਾਡੇ ਕੋਲ ਜਿਵੇਂ ਕਿਸੇ ਤੋਂ ਪੈਸਾ ਲੈ ਲਿਆ ਅਸੀਂ, ਤਾਂ ਉਹਨੂੰ ਮੋੜਨਾ ਵੀ ਕੀ ਹੋਊਗਾ, ਮਸਟ ਹੋਊਗਾ। ਜੇ ਅਸੀਂ ਬਿਮਾਰ ਹਾਂ ਅਤੇ ਅਸੀਂ ਡਾਕਟਰ ਕੋਲ ਜਾਣਾ, ਤਾਂ ਡਾਕਟਰ ਕੋਲ ਵੀ ਸਾਨੂੰ ਜਾਣਾ ਮਸਟ ਹੋਊਗਾ। ਕਈ ਗੱਲਾਂ ਯਾਨੀ ਕਿ ਮਸਟ ਹੁੰਦੀਆਂ ਨੇ ਵੀ ਇਹ ਕਰਨੀਆਂ ਹੀ ਪੈਣਗੀਆਂ, ਉਹ ਸਾਡੇ ਲਈ ਜਾਂ ਤਾਂ ਜ਼ਰੂਰੀ ਨੇ ਜਾਂ ਸਾਡੀ ਮਜਬੂਰੀ ਨੇ। ਉੱਥੇ ਅਸੀਂ ਮਸਟ ਦੀ ਵਰਤੋਂ ਕਰਦੇ ਹਾਂ। ਜਿਵੇਂ ਡਿਊਟੀ ਹੈ ਤਾਂ ਡਿਊਟੀ ਬਿਲਕੁਲ ਜ਼ਰੂਰੀ ਹੈ, ਤਾਂ ਮਸਟ ਦੀ ਵਰਤੋਂ ਕਰਦੇ ਹਾਂ। ਇਸ ਤੋਂ ਬਾਅਦ ਸਾਡੇ ਕੋਲ ਹੈ ਸ਼ੁੱਡ ਜਾਂ ਆਊਟ ਟੂ। ਇਹ ਦੋਨਾਂ ਦਾ ਮੀਨਿੰਗ ਇੱਕ ਹੈ। ਮੀਨਿੰਗ ਦੇ ਵਿੱਚ ਦੇਖੀਏ, ਜੇ ਪੰਜਾਬੀ 'ਚ ਦੇਖੀਏ ਤਾਂ ਇਹਦਾ ਮੀਨਿੰਗ ਹੈ ਚਾਹੀਦਾ। ਜਦੋਂ ਅਸੀਂ ਕਿਸੇ ਨੂੰ ਕੋਈ ਗੱਲ ਕਹਿੰਦੇ ਹਾਂ ਵੀ ਭਾਈ ਤੈਨੂੰ ਇਹ ਕਰਨਾ ਚਾਹੀਦਾ ਹੈ, ਤੈਨੂੰ ਇਸ ਤਰ੍ਹਾਂ ਕਰਨਾ ਬਣਦਾ ਹੈ, ਵੀ ਤੂੰ ਤੇਰੇ ਲਈ ਚਾਹੀਦਾ ਇਹ ਵੀ ਤੂੰ ਐਵੇਂ ਕਰ, ਅਤੇ ਅਸੀਂ ਕਿਸੇ ਨੂੰ ਸਲਾਹ ਦਿੰਦੇ ਹਾਂ, ਹੈ ਨਾ। ਤਾਂ ਉਸੇ ਤਰ੍ਹਾਂ ਉਦੋਂ ਅਸੀਂ ਸ਼ੁੱਡ ਦੀ ਵਰਤੋਂ ਕਰਦੇ ਹਾਂ। ਜੇ ਸਾਡੇ ਕੋਲ ਸ਼ੁੱਡ ਦਿੱਤਾ ਹੋਇਆ ਤਾਂ ਸ਼ੁੱਡ ਆਊਗਾ, ਜੇ ਸਾਡੇ ਕੋਲ ਸ਼ੁੱਡ ਨਹੀਂ ਦਿੱਤਾ ਹੋਇਆ ਤਾਂ ਆਊਟ ਟੂ ਦਿੱਤਾ ਹੈ ਤਾਂ ਆਊਟ ਟੂ ਵੀ ਆਊਗਾ। ਪਰ ਮਸਟ ਹੈ ਜਿਹੜਾ, ਮਸਟ ਪਹਿਲਾਂ ਹੀ ਦੱਸਿਆ ਸੀ ਕਿ ਮਸਟ ਜ਼ਰੂਰੀ ਅਤੇ ਮਜਬੂਰੀ ਲਈ ਹੁੰਦਾ ਹੈ। ਪਰ ਜਿਵੇਂ ਦੇਖੋ ਵਾਕ ਦੀ ਸੈਂਸ ਦੇਖੋ, ਵੀ ਰਿਸਪੈਕਟ ਆਵਰ ਇਲਡਰਸ। ਸਾਨੂੰ ਆਪਣੇ ਜਿਹੜੇ ਇਲਡਰਸ ਨੇ, ਬਜ਼ੁਰਗ ਨੇ, ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਤਾਂ ਇੱਥੇ ਚਾਹੀਦਾ ਜਿੱਥੇ ਸਾਨੂੰ ਸ਼ੋ ਹੁੰਦਾ ਹੈ ਤਾਂ ਅਸੀਂ ਉੱਤੇ ਸ਼ੁੱਡ ਲਗਾਉਂਦੇ ਹਾਂ, SHULD, ਸ਼ੁੱਡ। ਤਾਂ ਇਹਦਾ ਮਤਲਬ ਹੈ ਸ਼ੁੱਡ। ਅਤੇ ਹੋਰ ਦੇਖੋ ਜਿਵੇਂ ਇੱਥੇ ਰਿਸਪੈਕਟ ਸ਼ਬਦ ਹੈ, ਇੱਥੇ ਆ ਜਾਂਦਾ ਹੈ ਤਾਂ ਰਿਸਪੈਕਟ ਸਾਨੂੰ ਕਰਨੀ ਚਾਹੀਦੀ ਹੈ। ਇਹ ਕੋਈ ਪੱਕਾ ਨਿਯਮ ਨਹੀਂ ਹੈ ਕਿ ਤੁਹਾਨੂੰ ਕਰਨੀ। ਇੱਕ ਤਰ੍ਹਾਂ ਮੈਨਰ ਦੇ ਹਿਸਾਬ ਨਾਲ ਦੇਖੀਏ ਤਾਂ ਸਾਡੇ ਅੰਦਰ ਕੁਛ ਐਥਿਕਸ ਹੁੰਦੀਆਂ ਨੇ, ਤਾਂ ਉੱਥੇ ਸਾਨੂੰ ਜ਼ਰੂਰ ਬਣਦਾ ਹੈ ਕਿ ਰਿਸਪੈਕਟ ਕਰਨੀ ਬਣਦੀ ਹੈ। ਇੱਕ ਸ਼ਬਦ ਹੋਰ ਹੈ, ਉਹ ਹੈ ਸਰਵ, SERVE। ਸਰਵ ਦਾ ਮਤਲਬ ਹੁੰਦਾ ਸੇਵਾ, ਤਾਂ ਸੇਵਾ ਵੀ ਸਾਨੂੰ ਕਰਨੀ ਚਾਹੀਦੀ ਹੈ, ਇਹ ਵੀ ਹੋ ਜਾਂਦਾ ਹੈ। ਇੱਕ ਸ਼ਬਦ ਹੋਰ ਹੈ ਜਿਹੜਾ ਸ਼ੁੱਡ ਨਾਲ ਯੂਜ਼ ਕਰਦੇ ਹਾਂ ਅਸੀਂ, ਲੈਸਟ। ਲੈਸਟ ਵੀ ਕੀ ਹੈ, ਸਾਨੂੰ ਇਹ ਵੀ ਉਹਦੇ ਵਿੱਚ ਹੀ ਆਉਂਦਾ, ਚਾਹੀਦਾ ਹੈ। ਤਾਂ ਜਿੱਥੇ ਸਾਨੂੰ ਇਹ ਤਿੰਨ ਸ਼ਬਦ ਦਿਸਦੇ ਨੇ, ਰਿਸਪੈਕਟ, ਸਰਵ ਅਤੇ ਲੈਸਟ,
ਤਾਂ ਉੱਥੇ ਅਸੀਂ ਸ਼ੁੱਡ ਦੀ ਵਰਤੋਂ ਕਰਾਂਗੇ। ਬਾਕੀ ਤੁਸੀਂ ਸੈਂਟੈਂਸ ਹੈ ਜਿਹੜਾ ਉਸਦੀ ਸੈਂਸ ਦੇਖ ਕੇ ਵੀ ਪਤਾ ਲਗਾ ਸਕਦੇ ਹੋ ਕਿ ਇੱਥੇ ਸ਼ੁੱਡ ਆਊਗਾ, ਮਸਟ ਨਹੀਂ ਆਊਗਾ। ਇੱਕ ਸਾਡੇ ਕੋਲ ਇਹ ਵੀ ਹੋ ਸਕਦਾ ਹੈ, ਬੜੇ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਸ਼ਿਓਰ ਪੱਕਾ, ਨਾਟ ਵੈਰੀ ਸ਼ਿਓਰ ਪੱਕਾ ਨਹੀਂ, ਅਨਸਰਟੇਨ ਇਹ ਵੀ ਪੱਕਾ ਨਹੀਂ ਹੈ। ਤਾਂ ਇਹਨਾਂ ਨੂੰ ਧਿਆਨ ਦੇਣ ਦੀ ਕੋਸ਼ਿਸ਼, ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਮੇ, ਮਾਈਟ, ਕੈਨ, ਕੁੱਡ, ਕੈਨ, ਮੇ ਇਹ ਆਪਸ਼ਨਾਂ ਹੋ ਸਕਦੀਆਂ, ਇਹ ਆਪਸ਼ਨਸ ਹੋਣਗੀਆਂ ਤੁਹਾਡੇ ਕੋਲ। ਜੇ ਸ਼ਿਓਰ ਹੈ ਤਾਂ ਅਸੀਂ ਕੈਨ ਦੀ ਵਰਤੋਂ ਕਰਾਂਗੇ। ਜੇ ਸ਼ਿਓਰ ਹੈ ਆਹ ਦੋਨੇ ਆਪਸ਼ਨਸ ਦੇ ਵਿੱਚੋਂ ਕੈਨ ਲਾਵਾਂਗੇ। ਜੇ ਇਹ ਦੋਨੇ ਆਪਸ਼ਨ ਨੇ ਸ਼ਿਓਰ ਹੈ ਤਾਂ ਕੈਨ ਲਾਵਾਂਗੇ। ਜੇ ਇਹਨਾਂ ਦੇ ਵਿੱਚੋਂ ਸ਼ਿਓਰ ਹੈ ਤਾਂ ਮੇ ਲਗਾਵਾਂਗੇ। ਯਾਨੀ ਕਿ ਜੇ ਸ਼ਿਓਰ ਹੈ ਤਾਂ ਪਹਿਲੀ ਜਿਹੜੀ ਆਪਸ਼ਨ ਹੈ ਮੇ, ਕੈਨ ਅਤੇ ਕੈਨ ਲੱਗੇਗੀ। ਪਰ ਜੇ ਨਾਟ ਵੈਰੀ ਸ਼ਿਓਰ ਜਾਂ ਅਨਸਰਟੇਨ ਹੈ, ਆਹ ਵਾਲਾ ਹੈਗਾ ਨਾਟ ਵੈਰੀ ਸ਼ਿਓਰ, ਕਿਉਂਕਿ ਕਈ ਵਾਰੀ ਸੈਂਟੈਂਸ ਦੇ ਐਂਡ ਦੇ ਵਿੱਚ ਇਹ ਵੀ ਉਹਨਾਂ ਨੂੰ ਲਿਖਣਾ ਪੈਂਦਾ ਕਿ ਇਹ ਸ਼ਿਓਰ ਨਹੀਂ ਹੈ ਜਾਂ ਅਨਸਰਟੇਨ ਹੈ, ਤਾਂ ਅਸੀਂ ਮੇ ਅਤੇ ਮਾਈਟ ਦੇ ਵਿੱਚੋਂ ਅਸੀਂ ਮੇ ਦੀ ਵਰਤੋਂ ਕਰਾਂਗੇ, ਔਰ ਕੈਨ ਅਤੇ ਕੁੱਡ ਦੇ ਵਿੱਚੋਂ ਅਸੀਂ ਕੁੱਡ ਦੀ ਵਰਤੋਂ ਕਰਾਂਗੇ, ਔਰ ਕੈਨ ਅਤੇ ਮੇ ਦੇ ਵਿੱਚੋਂ ਅਸੀਂ ਮੇ ਦੀ ਵਰਤੋਂ ਕਰਾਂਗੇ। ਜੇਕਰ ਨਾਟ ਵੈਰੀ ਸ਼ਿਓਰ ਜਾਂ ਅਨਸਰਟੇਨ ਹੈ। ਮੇਰੇ ਖਿਆਲ ਤਾਂ ਸਮਝ ਆ ਗਈ ਹੋਊਗੀ। ਜੇ ਸ਼ਿਓਰ ਹੈ ਤਾਂ ਮੇ ਮਾਈਟ 'ਚੋਂ ਮੇ, ਕੈਨ ਕੁੱਡ 'ਚੋਂ ਕੈਨ, ਕੈਨ ਅਤੇ ਮੇ 'ਚੋਂ ਕੈਨ। ਜੇਕਰ ਨਾਟ ਵੈਰੀ ਸ਼ਿਓਰ ਹੈ, ਅਨਸਰਟੇਨ ਹੈ, ਤਾਂ ਮੇ ਮਾਈਟ 'ਚੋਂ ਮਾਈਟ, ਕੈਨ ਕੁੱਡ 'ਚੋਂ ਕੁੱਡ, ਕੈਨ ਮੇ 'ਚੋਂ ਮੇ। ਇੱਕ ਹੋਰ ਛੋਟੀ ਜਿਹੀ ਗੱਲ ਪਰ ਧਿਆਨ ਦੇਣ ਯੋਗ ਹੈ। ਸ਼ੀ ਟੋਲਡ ਮੀ ਦੈਟ ਹੀ, ਖਾਲੀ ਥਾਂ ਤੋਂ ਬਾਅਦ ਗੋ, ਅਤੇ ਫਿਰ ਤੁਹਾਨੂੰ ਦਿੱਤਾ ਵਿਲ ਵੁੱਡ। ਇਸ ਸੈਂਟੈਂਸ ਦੇ ਵਿੱਚ ਦਿੱਤਾ ਗਿਆ ਸੀ ਵਿਲ ਵੁੱਡ ਐਂਡ ਦੇ ਵਿੱਚ, ਅਤੇ ਹੋ ਸਕਦਾ ਕੈਨ ਕੁੱਡ ਵੀ। ਪਰ ਮੈਂ ਜਿਹੜੀ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਦੇਖੋ, ਸ਼ੀ ਟੋਲਡ, ਟੋਲਡ ਕਿਹੜੀ ਵਰਬ ਹੈ? ਟੋਲਡ ਸਾਡੇ ਕੋਲੇ ਸੈਕੰਡ ਵਰਬ ਹੈ, ਸੈਕੰਡ। ਉਸੇ ਤਰ੍ਹਾਂ ਮੀ ਦੈਟ ਹੀ, ਤਾਂ ਇੱਥੇ ਵੀ ਅਸੀਂ ਸੈਕੰਡ ਲਗਾਵਾਂਗੇ। ਬਿੱਲ ਅਤੇ ਵੁੱਡ ਦੇ ਵਿੱਚੋਂ ਸਾਡੇ ਕੋਲੇ ਵੁੱਡ ਜੋ ਹੈ ਉਹ ਸੈਕੰਡ ਵਰਬ ਹੈ, ਅਤੇ ਕੈਨ ਕੁੱਡ ਦੇ ਵਿੱਚੋਂ ਕੁੱਡ ਸਾਡੇ ਕੋਲੇ ਸੈਕੰਡ ਵਰਬ ਹੈ। ਯਾਨੀ ਕਿ ਅਸੀਂ ਜੇ ਕੈਨ ਕੁੱਡ ਦਿੱਤਾ ਤਾਂ ਕੁੱਡ ਲਗਾਵਾਂਗੇ, ਅਤੇ ਵਿਲ ਵੁੱਡ ਦਿੱਤਾ ਤਾਂ ਅਸੀਂ ਵੁੱਡ ਲਗਾਵਾਂਗੇ, ਕਿਉਂਕਿ ਇੱਥੇ ਕੀ ਹੈ? ਸੈਕੰਡ ਵਰਬ। ਕਈ ਵਾਰੀ ਇਸ ਤਰ੍ਹਾਂ ਦਾ ਸੈਂਟੈਂਸ ਵੀ ਆ ਜਾਂਦਾ ਸਾਨੂੰ ਕਿ ਇਸ ਦੇ ਵਿੱਚ ਦੋ ਕਲਾਜ਼ਸ ਨੇ, ਦੇਖੋ ਦੈਟ ਤੋਂ ਬਾਅਦ ਵਾਲੀ ਕਲਾਜ਼ ਅਤੇ ਉਸ ਤੋਂ ਪਹਿਲਾਂ ਦੀ ਕਲਾਜ਼। ਜੇਕਰ ਸਾਡੇ ਕੋਲ ਇਸ ਤਰ੍ਹਾਂ ਹੁੰਦਾ ਹੈ, ਇੱਥੇ ਸੈਕੰਡ ਵਰਬ ਹੈ, ਫਿਰ ਦੈਟ ਤੋਂ ਬਾਅਦ ਫਿਰ ਇੱਕ ਸੈਂਟੈਂਸ ਹੈ, ਇੱਕ ਤਰ੍ਹਾਂ ਦੀ ਕਲਾਜ਼ ਹੈ, ਤਾਂ ਉਸ ਦੇ ਵਿੱਚ ਅਸੀਂ ਸੈਕੰਡ ਵਰਬ ਹੀ ਭਰਾਂਗੇ। ਤਾਂ ਇਹ ਗੱਲ ਵੀ ਧਿਆਨ 'ਚ ਰੱਖਣੀ ਹੈ। ਫਿਰ ਗੱਲ ਆਉਂਦੀ ਹੈ ਵਿਸ਼ ਦੀ। ਕਈ ਵਾਰੀ ਐਂਡ ਬਾਕ ਦੇ ਸੈਂਟੈਂਸ ਦੇ ਐਂਡ ਦੇ ਵਿੱਚ ਲਿਖਿਆ ਹੁੰਦਾ ਹੈ ਅ ਵਿਸ਼, ਵੀ ਇਹ ਇੱਕ ਵਿਸ਼ ਹੈ, ਇੱਛਾ ਹੈ ਕਿਸੇ ਵੀ ਵਿਅਕਤੀ ਦੀ, ਤਾਂ ਉਦੋਂ ਅਸੀਂ ਬਿੱਲ ਅਤੇ ਵੁੱਡ ਦੇ ਵਿੱਚੋਂ ਵੁੱਡ ਦੀ ਵਰਤੋਂ ਕਰਦੇ ਹਾਂ। ਜਿਵੇਂ ਦੈਟ ਆਈ ਵਰ ਰਿਚ, ਤਾਂ ਅਸੀਂ ਇੱਥੇ ਕੀ ਲਾਵਾਂਗੇ? ਵੁੱਡ। ਕਿਸੇ ਦੀ ਅਮੀਰ ਹੋਣ ਦੀ ਇੱਛਾ ਹੈ, ਤਾਂ ਇਹਦੇ ਐਂਡ ਦੇ ਵਿੱਚ ਇਸ ਤਰ੍ਹਾਂ ਦਾ ਵੀ ਲੱਗਿਆ ਹੁੰਦਾ ਹੈ, ਐਂ ਪਾ ਕੇ ਨੀਚੇ ਇਸ ਤਰ੍ਹਾਂ। ਆਹ ਕਿਹੜੇ ਅਸੀਂ ਇਹਨੂੰ ਚਿੰਨ੍ਹ, ਇਸ ਨੂੰ ਕਿਹੜਾ ਕਹਿੰਦੇ ਹਾਂ? ਐਕਸਕਲੇਮੇਸ਼ਨ ਸਾਈਨ ਹੁੰਦਾ ਜਿਹੜਾ, ਉਹ ਵਾਲਾ। ਅਤੇ ਯੂ ਲਾਈਕ ਗਲਾਸ ਆਫ ਵਾਟਰ, ਕਿਸੇ ਨੂੰ ਪਾਣੀ ਬਾਰੇ ਅਸੀਂ ਪੁੱਛ ਰਹੇ ਹਾਂ ਕਿ ਪਾਣੀ ਪੀਣ ਦੀ ਇੱਛਾ ਹੈ, ਤਾਂ ਉਦੋਂ ਵੀ ਅਸੀਂ ਵੁੱਡ ਦੀ ਵਰਤੋਂ ਕਰਦੇ ਹਾਂ। ਆਈ ਲਾਈਕ ਏ ਕੱਪ ਆਫ ਕੌਫੀ, ਮੈਂ ਕੀ ਪੀਣਾ ਚਾਹੁੰਦਾ, ਮੇਰੀ ਕੀ ਇੱਛਾ ਹੈ? ਇੱਕ ਜਿਹੜਾ ਕੌਫੀ ਦਾ ਕੱਪ। ਤਾਂ ਇੱਥੇ ਇੱਛਾ ਪ੍ਰਗਟ ਕਰਨ ਦੇ ਵਾਸਤੇ ਅਸੀਂ ਵੁੱਡ ਦੀ ਵਰਤੋਂ ਕਰਦੇ ਹਾਂ। ਮੇਨਲੀ ਖਾਣ ਪੀਣ ਦੀਆਂ ਚੀਜ਼ਾਂ, ਜਿਵੇਂ ਵਾਟਰ ਪੀਣ ਵਾਲੀ ਚੀਜ਼ ਹੈ, ਕੌਫੀ ਹੈ ਜਿਹੜੀ ਉਹ ਖਾਣ ਵਾਲੀ ਚੀਜ਼ ਹੈ। ਇਹਨੂੰ ਵੀ ਧਿਆਨ ਦੇ ਵਿੱਚ ਰੱਖਣਾ ਹੈ। ਹਾਂਜੀ ਪਿਆਰੇ ਵਿਦਿਆਰਥੀਓ ਅਤੇ ਦੋਸਤੋ, ਇਹ ਸੀ ਜਿਹੜੀ ਅੱਜ ਦੀ ਵੀਡੀਓ, ਜਿਸ ਦੇ ਵਿੱਚ ਅਸੀਂ ਮੋਡਲਸ ਦੇ ਬਾਰੇ ਵਿੱਚ ਗੱਲ ਕੀਤੀ ਕਿ ਕਿਸ ਤਰ੍ਹਾਂ ਇਹ ਮੋਡਲਸ ਦੀ ਜਿਹੜੀ ਯੂਜ਼ ਹੈ ਅਸੀਂ ਕਰ ਸਕਦੇ ਹਾਂ। ਅਤੇ ਕਾਫੀ ਜਿਹੜੀਆਂ ਗੱਲਾਂ ਤੁਹਾਨੂੰ ਦੱਸੀਆਂ ਨੇ ਮੈਂ ਤੁਹਾਨੂੰ, ਡਿਟੇਲ ਹੋਰ ਵੀ ਬਹੁਤ ਨੇ, ਪਰ ਇਹ ਜਿਵੇਂ ਕਿ 10th ਕਲਾਸ ਹੈ ਜਾਂ 9th ਕਲਾਸ ਹੈ, 9th ਅਤੇ 10th ਕਲਾਸ ਦੇ ਲਈ ਇੰਨੀਆਂ ਬਹੁਤ ਨੇ। ਇੰਨੇ ਰੂਲ ਅਗਰ ਤੁਸੀਂ ਯਾਦ ਕਰ ਲੈਂਦੇ ਹੋ,
ਇਹਨਾਂ ਦੀ ਵਰਤੋਂ ਅਗਰ ਤੁਸੀਂ ਸਿੱਖ ਜਾਂਦੇ ਹੋ ਤਾਂ ਸਮਝੋ ਕਿ ਤੁਹਾਡੇ ਪੇਪਰ ਦੇ ਵਿੱਚ ਇਸ ਦੇ ਵਿੱਚੋਂ ਹੀ ਕੋਈ ਨਾ ਕੋਈ ਸੈਂਟੈਂਸ, ਕੋਈ ਨਾ ਕੋਈ ਵਾਕ ਹੈ ਜਿਹੜਾ ਉਹ ਤੁਹਾਨੂੰ ਮਿਲ ਜੂਗਾ। ਇਹ ਸ਼ੋਰ ਹੈ ਕਿ ਤੁਸੀਂ ਇਸ ਨਾਲ ਰਿਲੇਟਡ ਜਿਹੜਾ ਸੈਂਟੈਂਸ ਹੈ ਉਸ ਨੂੰ ਬਿਲਕੁਲ, ਜਿਹੜਾ ਮੋਡਾਲ ਭਰਨਾ ਹੈ ਉਸ ਨੂੰ ਬਿਲਕੁਲ ਸਹੀ ਭਰ ਦੋਗੇ ਔਰ ਤੁਹਾਨੂੰ ਆ ਵੀ ਜਾਊਗਾ, ਇਹ ਵੀ ਸ਼ੋਰਿਟੀ ਹੈ। ਅਤੇ ਸਾਰੇ ਹੀ ਵਿਦਿਆਰਥੀਆਂ ਦਾ ਅਤੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ।